DRG Kids। ਦੁਸ਼ਟ ਕੁਮਹਾਰ। ਇੱਕ ਪਿੰਡ ਵਿੱਚ ਸ਼ੰਕਰ ਅਤੇ ਕਿਸ਼ਨ ਨਾਂ ਦੇ ਦੋ ਭਰਾ ਰਹਿੰਦੇ ਸਨ। ਵੱਡਾ ਭਰਾ ਸ਼ੰਕਰ ਦੁਸ਼ਟ ਸੀ। ਉਹ ਕਿਸ਼ਨ ਨਾਲ ਈਰਸ਼ਾ ਕਰਦਾ ਸੀ। ਦੋਵੇਂ ਭਰਾ ਕੁਮਹਾਰ ਦਾ ਕੰਮ ਕਰਦੇ ਸਨ। ਇੱਕ ਵਾਰ ਪਿੰਡ ਦੇ ਠਾਕੁਰ ਕਿਸ਼ਨ ਦੇ ਘਰ ਆਏ। ਕਿਸ਼ਨ, ਗੱਲ ਸੁਣ ਕਿਸ਼ਨ। ਧੰਨ ਭਾਗ ਮੇਰੇ, ਤੁਸੀਂ ਮੇਰੇ ਘਰ ਆਏ। ਕੀ ਗੱਲ ਹੈ ਠਾਕੁਰ ਸਾਹਿਬ? ਮੇਰੀ ਗੱਲ ਸੁਣ ਕਿਸ਼ਨ, ਮੈਨੂੰ 151 ਮਿੱਟੀ ਦੀਆਂ ਸੁਰਾਈਆਂ ਚਾਹੀਦੀਆਂ ਨੇ। ਮੇਰੀ ਵੋਟੀ ਨੇ ਦਾਨ ਕਰਨੀਆਂ ਨੇ, ਪਰ ਮੇਰੇ ਕੋਲ ਸਮਾਂ ਘੱਟ ਹੈ। ਤੈਨੂੰ ਇੱਕ ਹਫ਼ਤੇ ਦੇ ਅੰਦਰ ਬਣਾਉਣੀਆਂ ਪੈਣਗੀਆਂ। ਕੀ ਇੱਕ ਹਫ਼ਤੇ 'ਚ? ਠਾਕੁਰ ਸਾਹਿਬ, ਇੰਨੇ ਘੱਟ ਸਮੇਂ 'ਚ ਇੰਨੀ ਸੁਰਾਈ ਕਿਵੇਂ ਬਣਾਵਾਂਗਾ ਮੈਂ? ਗੱਲ ਇਹ ਹੈ ਕਿਸ਼ਨ ਕਿ ਮੇਰੀ ਪਤਨੀ ਗਰੀਬਾਂ ਵਿੱਚ ਸੁਰਾਈਆਂ ਦਾਨ ਕਰਨਾ ਚਾਹੁੰਦੀ ਹੈ, ਪਰ ਦਾਨ ਦਾ ਮੁਹੂਰਤ ਠੀਕ ਇੱਕ ਹਫ਼ਤੇ ਬਾਅਦ ਦਾ ਹੈ। ਤੂੰ ਬਣਾ ਸਕਦਾ ਹੈ ਕਿ ਨਹੀਂ? ਕੰਮ ਹੋ ਜਾਵੇਗਾ ਨਾ? ਹਾਂ, ਮਿਲ ਜਾਣਗੀਆਂ ਠਾਕੁਰ ਸਾਹਿਬ, ਜ਼ਰੂਰ ਮਿਲ ਜਾਣਗੀਆਂ ਤੁਹਾਨੂੰ। ਮੈਨੂੰ ਪਤਾ ਹੀ ਸੀ ਕਿ ਤੂੰ ਕਰ ਲਵੇਂਗਾ। ਤੂੰ ਆਪਣੇ ਕੰਮ ਵਿੱਚ ਮਾਹਿਰ ਹੈ, ਇਸ ਲਈ ਤਾਂ ਇੰਨੀ ਤੇਜ਼ੀ ਨਾਲ ਕਰ ਲੈਣਾ ਹੈ। ਆ ਲੈ, ਪੈਸੇ ਰੱਖ ਲੈ ਤੇ ਹੁਣੇ ਤੇਜ਼ੀ ਨਾਲ ਕੰਮ ਸ਼ੁਰੂ ਕਰ ਦੇ। ਇਹ ਕਹਿ ਕੇ ਠਾਕੁਰ ਉਸ ਨੂੰ ਪੈਸੇ ਦਿੰਦਾ ਹੈ। ਠਾਕੁਰ ਅਤੇ ਕਿਸ਼ਨ ਦੀਆਂ ਗੱਲਾਂ ਨੂੰ ਸ਼ੰਕਰ ਆਪਣੇ ਘਰ ਦੀ ਬਾਰੀ ਤੋਂ ਸੁਣ ਲੈਂਦਾ ਹੈ ਅਤੇ ਮਨ ਹੀ ਮਨ ਕਹਿੰਦਾ ਹੈ, ਠਾਕੁਰ ਨੂੰ ਕਿਸ਼ਨ ਦੇ ਉੱਤੇ ਬਹੁਤ ਭਰੋਸਾ ਹੈ। ਠੀਕ ਆ, ਭਰੋਸੇ ਨੂੰ ਕਿਵੇਂ ਤੋੜਨਾ ਹੈ ਮੈਨੂੰ ਪਤਾ ਹੈ। ਕਿਸ਼ਨ ਬਾਜ਼ਾਰ ਜਾ ਕੇ ਮਿੱਟੀ ਖਰੀਦ ਕੇ ਲਿਆਉਂਦਾ ਹੈ ਅਤੇ ਆਪਣਾ ਕੰਮ ਸ਼ੁਰੂ ਕਰ ਦਿੰਦਾ ਹੈ। ਉਹ ਸੁਰਾਹੀ ਤਿਆਰ ਕਰਨ ਲੱਗਦਾ ਹੈ। ਉਦੋਂ ਹੀ ਉਸ ਦੀ ਵੋਟੀ ਆਉਂਦੀ ਹੈ। ਸੁਣੋ ਜੀ, ਦੁਪਹਿਰ ਹੋ ਗਈ ਹੈ, ਖਾਣਾ ਕਦੋਂ ਖਾਓਗੇ? ਬਸ ਆ ਹੀ ਰਿਹਾ। ਇੱਕ ਹਫ਼ਤੇ ਵਿੱਚ 151 ਸੁਰਾਈਆਂ ਬਣਾਉਣ ਦਾ ਕੰਮ ਮਿਲਿਆ ਨਾ, ਇਸ ਲਈ ਇੰਨੀ ਛੇਤੀ ਕਰ ਰਿਹਾ। ਕਮਾਲ ਹੈ, ਇੱਕ ਹੀ ਦਿਨ ਵਿੱਚ ਤੁਸੀਂ ਇੰਨੀਆਂ ਸਾਰੀਆਂ ਸੁਰਾਈਆਂ ਬਣਾ ਲੀਆਂ। ਹਾਂ ਰਾਧਾ, ਦਿਨ ਰਾਤ ਇੱਕ ਕਰਕੇ ਕੰਮ ਕਰ ਰਿਹਾ। 1-2 ਦਿਨਾਂ ਵਿੱਚ ਹੀ ਹੱਥ ਦਾ ਕੰਮ ਖਤਮ ਕਰ ਲਵਾਂਗਾ। ਉਹਦੇ ਬਾਅਦ ਸੁਕਾਨ ਦੇ ਵਿੱਚ ਤੇ ਅੱਗ ਦੇ ਵਿੱਚ ਪਕਾਉਣ ਵਿੱਚ ਹੋਰ 2 ਦਿਨ ਲੱਗ ਜਾਵਾਂਗੇ। ਠੀਕ ਹੈ, ਹੁਣ ਅੰਦਰ ਆ ਕੇ ਖਾਣਾ ਵੀ ਖਾ ਲਓ। ਹਾਂ ਆਉਂਦਾ। ਸ਼ੰਕਰ ਲੁੱਕ ਕੇ ਵੇਖਦਾ ਹੈ ਕਿ ਕਿਸ਼ਨ ਨੇ ਇੰਨੀਆਂ ਸਾਰੀਆਂ ਸੁਰਾਈਆਂ ਬਣਾ ਲਈਆਂ ਨੇ ਅਤੇ ਕਹਿੰਦਾ ਹੈ, ਬੇੜਾ ਤਰਜਾ ਹੈ। ਹਾਏ ਰੱਬਾ, ਇੰਨੀ ਛੇਤੀ ਇੰਨਾ ਕੰਮ ਕਰ ਲਿਆ। ਇਹ ਤਾਂ ਸਾਰਾ ਕੰਮ ਕੱਲ ਹੀ ਖਤਮ ਕਰ ਲਵੇਗਾ। ਠੀਕ ਆ ਕਿਸ਼ਨ, ਤੂੰ ਰਾਤ ਦਿਨ ਮਿਹਨਤ ਕਰ, ਬਾਕੀ ਤੇਰਾ ਕੰਮ ਮੈਂ ਵਿਗਾੜ ਦਿਆਂਗਾ। ਸ਼ੰਕਰ ਤਰਕੀਬ ਬਣਾ ਕੇ ਕੱਲੂ ਹਲਵਾਈ ਦੇ ਕੋਲ ਜਾਂਦਾ ਹੈ। ਹਾਏ ਹਾਏ, ਬਹੁਤ ਚੰਗੀ ਖੁਸ਼ਬੂ ਆ ਰਹੀ ਆ। ਅੱਜ ਕੀ ਬਣਾ ਰਿਹਾ ਹੈ? ਅੱਜ ਬਣਾ ਰਿਹਾ ਮਟਰ ਪਨੀਰ ਤੇ ਪੁਲਾਓ। ਭਰਾ, ਤੇਰਾ ਖਾਣਾ ਬਹੁਤ ਹੀ ਸਵਾਦ ਹੁੰਦਾ ਹੈ। ਜਦ ਤੋਂ ਮੈਂ ਤੇਰੇ ਘਰ ਦਾ ਖਾਣਾ ਖਾਦਾ ਹੈ, ਉਦੋਂ ਤੋਂ ਮੈਨੂੰ ਕੁਝ ਵੀ ਚੰਗਾ ਨਹੀਂ ਲੱਗਦਾ। ਭਰਾਵਾ, ਮੈਂ ਬੜੇ ਸਾਲ ਵਿਦੇਸ਼ ਦੇ ਹੋਟਲਾਂ ਵਿੱਚ ਕੰਮ ਕੀਤਾ ਹੈ। ਹੁਣ ਆਪਣੇ ਪਿੰਡ ਆ ਗਿਆ ਤਾਂ ਮੈਨੂੰ ਚੰਗਾ ਲੱਗਦਾ ਹੈ ਕਿ ਕਦੀ-ਕਦੀ ਆਪਣੇ ਪਿੰਡ ਵਾਲਿਆਂ ਨੂੰ ਆਪਣੇ ਹੱਥ ਦਾ ਬਣਾਇਆ ਖਾਣਾ ਖਿਲਾਵਾਂ। ਇਹ ਤਾਂ ਬਹੁਤ ਹੀ ਚੰਗੀ ਗੱਲ ਆ, ਪਰ ਕੀ ਤੂੰ ਕਦੇ ਵੀ ਕਿਸ਼ਨ ਨੂੰ ਖਾਣੇ ਤੇ ਸੱਦਿਆ ਹੈ? ਹਜੇ ਤੱਕ ਤਾਂ ਨਹੀਂ। ਫਿਰ ਇੱਕ ਦਿਨ ਉਸ ਨੂੰ ਵੀ ਆਪਣੇ ਹੱਥ ਦਾ ਬਣਿਆ ਖਾਣਾ ਖਿਲਾ। ਕੱਲ ਹੀ ਉਹ ਮੈਨੂੰ ਕਹਿ ਰਿਹਾ ਸੀ ਕਿ ਕੱਲੂ ਨੇ ਮੈਨੂੰ ਖਾਣਾ ਨਹੀਂ ਖਿਲਾਇਆ। ਅੱਛਾ, ਇਹ ਗੱਲ ਹੈ। ਠੀਕ ਆ, ਮੈਂ ਕੱਲ ਹੀ ਉਹਨੂੰ ਬੁਲਾ ਲੈਣਾ। ਠੀਕ ਆ ਕੱਲੂ, ਪਰ ਇਹ ਨਾ ਦੱਸੀਂ ਕਿ ਮੈਂ ਤੈਨੂੰ ਕਿਹਾ ਸੀ। ਓ ਨਹੀਂ। ਠੀਕ ਆ, ਹੁਣ ਮੈਂ ਚੱਲਦਾ। ਅਗਲੇ ਦਿਨ ਕੱਲੂ ਹਲਵਾਈ ਕਿਸ਼ਨ ਦੇ ਘਰ ਜਾਂਦਾ ਹੈ। ਕੀ ਹਾਲ ਹੈ ਕਿਸ਼ਨ ਭਰਾਵਾ, ਕਿਵੇਂ ਹੈ? ਮੈਂ ਠੀਕ ਹਾਂ ਬਾਜੀ। ਇੰਨੀਆਂ ਸਾਰੀਆਂ ਸੁਰਾਈਆਂ ਕਿਉਂ? ਕਿ ਕਿਸੇ ਨੇ ਇਹਨਾਂ ਨੂੰ ਬਣਾਉਣ ਲਈ ਕਿਹਾ ਹੈ? ਆਪਣੇ ਠਾਕੁਰ ਸਾਹਿਬ ਨੇ। ਓਹ ਵਧੀਆ, ਇਹ ਤਾਂ ਵੱਡੀ ਖੁਸ਼ੀ ਦੀ ਗੱਲ ਹੈ। ਮੈਂ ਤਾਂ ਅੱਜ ਰਾਤ ਤੁਹਾਨੂੰ ਆਪਣੇ ਘਰ ਦਾਵਤ ਦਾ ਨਿਉਤਾ ਦੇਣ ਆਇਆ ਸੀ। ਤੁਹਾਨੂੰ ਤਾਂ ਪਤਾ ਹੈ ਕਿ ਕਦੀ-ਕਦੀ ਆਪਣੇ ਜਾਣ ਪਹਿਚਾਣ ਦੇ ਲੋਕਾਂ ਨੂੰ ਆਪਣੇ ਘਰ ਖਾਣੇ ਦੇ ਉੱਤੇ ਬੁਲਾਉਣਾ ਮੈਨੂੰ ਚੰਗਾ ਲੱਗਦਾ ਹੈ। ਠੀਕ ਹੈ, ਅਸੀਂ ਆ ਜਾਵਾਂਗੇ। ਰਾਤ ਨੂੰ ਜਦੋਂ ਕਿਸ਼ਨ ਅਤੇ ਉਸ ਦੀ ਵੋਟੀ ਘਰੋਂ ਨਿਕਲਦੇ ਨੇ, ਉਦੋਂ ਹੀ ਸ਼ੰਕਰ ਲੁੱਕ ਕੇ ਉਹਨਾਂ ਨੂੰ ਵੇਖਦਾ ਹੈ। ਉਹਨਾਂ ਦੇ ਜਾਣ ਤੋਂ ਬਾਅਦ ਉਹ ਉੱਥੇ ਆਉਂਦਾ ਹੈ। ਕਿਸ਼ਨ ਨੂੰ ਖਾਣਾ ਖਾ ਕੇ ਵਾਪਸ ਆਉਣ ਵਿੱਚ ਸਮੇਂ ਲੱਗੂਗਾ। ਉਦੋਂ ਤੱਕ ਮੈਂ ਆਪਣਾ ਕੰਮ ਖਤਮ ਕਰ ਲੈਣਾ। ਉਹ ਸਾਰੀਆਂ ਸੁਰਾਈਆਂ ਲਾਠੀ ਨਾਲ ਤੋੜ ਦਿੰਦਾ ਹੈ ਅਤੇ ਕਹਿੰਦਾ ਹੈ, ਹੁਣ ਵੇਖਦਾ ਹਾਂ ਕਿ ਤੂੰ ਬਚੇ ਹੋਏ ਦਿਨਾਂ ਵਿੱਚ 151 ਸੁਰਾਈਆਂ ਕਿਵੇਂ ਬਣਾਉਂਦਾ ਹੈ। ਕਿਸ਼ਨ ਅਤੇ ਉਸ ਦੀ ਵੋਟੀ ਆਪਣੇ ਘਰ ਵਾਪਸ ਆਉਂਦੇ ਨੇ। ਖਾਣਾ ਬਹੁਤ ਸਵਾਦ ਸੀ।
ਹਾਂ ਹਾਂ, ਬਹੁਤ ਹੀ ਸਵਾਦ ਸੀ। ਪੁਲਾਅ, ਮਟਰ, ਪਨੀਰ, ਰਾਇਤਾ, ਪੂਰੀ, ਬੜਾ ਹੀ ਸਵਾਦ ਖਾਣਾ ਸੀ। ਕੱਲੂ ਦੇ ਹੱਥਾਂ ਵਿੱਚ ਤੇ ਜਾਦੂ ਹੈ। ਉਹ ਆਦਮੀ ਵੀ ਸਾਫ਼ ਦਿਲ ਦਾ ਹੈ। ਦੋਨੋਂ ਗੱਲਾਂ ਕਰਦੇ ਕਰਦੇ ਜਦ ਘਰ ਵਾਪਸ ਪਹੁੰਚੇ ਤਾਂ ਉਹਨਾਂ ਨੇ ਵੇਖਿਆ ਕਿ ਸਾਰੀਆਂ ਸੁਰਾਈਆਂ ਟੁੱਟੀਆਂ ਪਈਆਂ ਸੀ। ਹਾਏ ਓਏ, ਇਹ ਕੀ ਹੋ ਗਿਆ? ਮੇਰੀਆਂ ਸਾਰੀਆਂ ਸੁਰਾਈਆਂ ਕਿਵੇਂ ਟੁੱਟ ਗਈਆਂ? ਹੁਣ ਇਹਨੇ ਘੱਟ ਸਮੇਂ ਵਿੱਚ ਇੰਨੀਆਂ ਸਾਰੀਆਂ ਸੁਰਾਈਆਂ ਮੈਂ ਕਿਵੇਂ ਤਿਆਰ ਕਰਾਂਗਾ? ਹਾਏ, ਮੇਰਾ ਇੰਨਾ ਵੱਡਾ ਨੁਕਸਾਨ ਆਖਿਰ ਕਿਸ ਨੇ ਕੀਤਾ? ਹੁਣ ਮੈਂ ਠਾਕੁਰ ਸਾਹਿਬ ਨੂੰ ਆਪਣਾ ਮੂੰਹ ਕਿਸ ਤਰ੍ਹਾਂ ਦਿਖਾਵਾਂਗਾ? ਦੂਜੇ ਦਿਨ ਰਾਧਾ ਜਦੋਂ ਸ਼ੰਕਰ ਦੇ ਘਰ ਦੇ ਨੇੜੇ ਤੋਂ ਨਿਕਲੀ ਤਾਂ ਉਸਨੇ ਸ਼ੰਕਰ ਦੀ ਵੋਟੀ ਰੋਹਿਣੀ ਅਤੇ ਉਸਦੀ ਮਾਂ ਦੀਆਂ ਗੱਲਾਂ ਸੁਣ ਲਿੱਤੀ। ਮਾਂ, ਇਹਨਾਂ ਨੇ 151 ਮਿੱਟੀ ਦੀਆਂ ਸੁਰਾਈਆਂ ਬਣਾਈਆਂ ਨੇ। ਅੱਜ ਹੀ ਕੰਮ ਖਤਮ ਹੋਇਆ। ਅੱਛਾ, ਇਹਦਾ ਮਤਲਬ ਮੋਟੀ ਰਕਮ ਦਾ ਕੰਮ ਮਿਲਿਆ ਹੈ। ਨਹੀਂ, ਤੇਰੇ ਜਵਾਈ ਨੂੰ ਕੋਈ ਕੰਮ ਨਹੀਂ ਮਿਲਿਆ। ਹਾਏ ਤੇ ਫਿਰ? ਠਾਕੁਰ ਸਾਹਿਬ ਨੇ ਤਾਂ ਇਹ ਕੰਮ ਕਿਸ਼ਨ ਨੂੰ ਦਿੱਤਾ ਸੀ। ਕੱਲ ਰਾਤ ਜਦੋਂ ਉਹ ਦੋਵੇਂ ਦਾਵਤ ਤੇ ਗਏ ਸੀ, ਉਦੋਂ ਤੇਰੇ ਜਵਾਈ ਨੇ ਕਿਸ਼ਨ ਦੀਆਂ ਸਾਰੀਆਂ ਸੁਰਾਈਆਂ ਤੋੜਤੀਆਂ। ਤੇ ਪਤਾ ਹੈ ਕੀ ਹੋਇਆ? ਵਾਹ, ਬਹੁਤ ਹੀ ਚੰਗਾ ਕੀਤਾ। ਪਰ ਸ਼ੰਕਰ ਸੁਰਾਈਆਂ ਕਿਉਂ ਬਣਾ ਰਿਹਾ ਹੈ? ਓਹੋ ਮਾਂ, ਸੁਰਾਈਆਂ ਟੁੱਟਣ ਤੋਂ ਬਾਅਦ ਕਿਸ਼ਨ ਇੰਨੀ ਹਿੰਮਤ ਹਾਰ ਚੁੱਕਿਆ ਹੈ ਨਾ, ਬਾਕੀ ਬਚੇ ਦਿਨਾਂ ਵਿੱਚ ਦੁਬਾਰਾ ਸੁਰਾਈਆਂ ਨਹੀਂ ਬਣਾ ਸਕਦਾ। ਹਾਂ, ਸਹੀ ਕਿਹਾ, ਬਿਲਕੁਲ ਸਹੀ ਕਿਹਾ। ਇਸੇ ਲਈ ਤਾਂ ਤੇਰੇ ਜਵਾਈ ਨੇ ਦਿਨ ਰਾਤ ਇੱਕ ਕਰਕੇ ਸੁਰਾਈਆਂ ਬਣਾਈਆਂ ਨੇ। ਜਦੋਂ ਠਾਕੁਰ ਸਾਹਿਬ ਇੱਥੇ ਆਉਣਗੇ ਤੇ ਉਹਨਾਂ ਨੂੰ ਸੁਰਾਈਆਂ ਨਹੀਂ ਮਿਲਣਗੀਆਂ ਤਾਂ ਉਦੋਂ ਕਿਸ਼ਨ ਨੂੰ ਪਿੰਡ ਤੋਂ ਬਾਹਰ ਕੱਢਣਗੇ। ਉਦੋਂ ਤੇਰਾ ਜਵਾਈ ਆਪਣੇ ਹੱਥਾਂ ਨਾਲ ਬਣਾਈਆਂ ਸੁਰਾਈਆਂ ਦੇ ਕੇ ਪੈਸੇ ਕਮਾਏਗਾ। ਕਮਾਲ ਦੀ ਤਰਕੀਬ ਹੈ। ਜਦੋਂ ਠਾਕੁਰ ਸਾਹਿਬ ਕਿਸ਼ਨ ਨੂੰ ਪਿੰਡ ਤੋਂ ਬਾਹਰ ਕੱਢਣਗੇ ਤਾਂ ਬੜਾ ਮਜ਼ਾ ਆਊਗਾ। ਵਾਹ, ਇਹ ਹੋਈ ਨਾ ਗੱਲ। ਬਹੁਤ ਵਧੀਆ ਕੀਤਾ। ਇਹ ਸਾਰੀਆਂ ਗੱਲਾਂ ਰਾਧਾ ਸੁਣ ਲੈਂਦੀ ਹੈ ਅਤੇ ਆਪਣੇ ਘਰ ਆਂਦੀ ਹੈ। ਕਿਸ਼ਨ ਉਦਾਸ ਹੋ ਕੇ ਬੈਠਾ ਸੀ। ਰਾਧਾ ਨੇ ਉਸਨੂੰ ਕਿਹਾ, ਏਦਾਂ ਹਿੰਮਤ ਨਾ ਹਾਰੋ, ਤੁਸੀਂ ਕੁਝ ਕਰੋ, ਕੋਸ਼ਿਸ਼ ਕਰੋ। ਤੁਹਾਨੂੰ ਨਵੀਆਂ ਸੁਰਾਈਆਂ ਬਣਾਉਣੀਆਂ ਹੀ ਪੈਣਗੀਆਂ। ਚਲੋ ਉੱਠੋ ਹੁਣ। ਕੀ ਕਹਿ ਰਹੀ ਹੈ? ਇੰਨੇ ਥੋੜੇ ਦਿਨਾਂ ਵਿੱਚ ਕੀ ਮੈਂ ਇੰਨੀ ਸਾਰੀ ਸੁਰਾਈਆਂ ਦੁਬਾਰਾ ਬਣਾ ਸਕਾਂਗਾ? ਹਾਂ, ਜੇ ਹਿੰਮਤ ਨਹੀਂ ਬਚੀ ਤਾਂ ਵੀ ਕਰਨਾ ਪਵੇਗਾ, ਕਰਨਾ ਹੀ ਪਵੇਗਾ। ਪਰ ਮਿੱਟੀ ਦੇ ਲਈ ਪੈਸੇ ਕਿੱਥੋਂ ਆਣਗੇ? ਆ ਲੋ ਮੇਰੇ ਸੋਨੇ ਦੇ ਕੜੇ। ਇਹਨਾਂ ਨੂੰ ਵੇਚ ਕੇ ਮਿੱਟੀ ਲੈ ਕੇ ਆਓ ਤੇ ਦੁਬਾਰਾ ਆਪਣਾ ਕੰਮ ਸ਼ੁਰੂ ਕਰੋ। ਪਰ ਹੁਣ ਇੱਥੇ ਕੰਮ ਨਾ ਕਰਿਓ, ਕਿਤੇ ਲੁੱਕ ਕੇ ਕੰਮ ਕਰਿਓ। ਪਰ ਇੱਥੇ ਕੰਮ ਕਿਉਂ ਨਾ ਕਰੂੰ? ਜਿੰਨੇ ਤੁਹਾਡੀਆਂ ਸਾਰੀਆਂ ਸੁਰਾਈਆਂ ਤੋੜੀਆਂ ਨੇ ਉਹ ਦੁਬਾਰਾ ਵੀ ਤੇ ਤੋੜ ਸਕਦਾ ਹੈ ਨਾ। ਕਿਸਨੇ? ਉਹੀ ਤੁਹਾਡਾ ਦੁਸ਼ਟ ਭਰਾ ਸ਼ੰਕਰ। ਸ਼ੰਕਰ? ਹਾਂ, ਇਸੇ ਲਈ ਤਾਂ ਕਹਿ ਰਹੀ ਹਾਂ। ਹੁਣ ਜਾਓ ਤੇ ਕਿਤੇ ਜਾ ਕੇ ਗੁਪਤ ਰੂਪ ਨਾਲ ਸੁਰਾਈਆਂ ਬਣਾਓ, ਚੁੱਪਚਾਪ। ਕਿਸ਼ਨ ਉੱਥੋਂ ਚਲਾ ਗਿਆ। ਇਸ ਗੱਲ ਨੂੰ ਇੱਕ ਹਫ਼ਤਾ ਬੀਤ ਗਿਆ। ਠਾਕੁਰ ਸਾਹਿਬ ਕਿਸ਼ਨ ਦੇ ਘਰ ਆਏ ਅਤੇ ਸ਼ੰਕਰ ਉਹਨਾਂ ਨੂੰ ਬਾਹਰ ਹੀ ਮਿਲ ਜਾਂਦਾ ਹੈ। ਕਿਸ਼ਨ, ਅਰੇ ਓਏ ਕਿਸ਼ਨ। ਹੋ ਘਰੇ ਨਹੀਂ ਹੈ ਠਾਕੁਰ ਸਾਹਿਬ। ਪਰ ਅੱਜ ਹੀ ਉਸਨੇ 151 ਸੁਰਾਈਆਂ ਦੇਣ ਦਾ ਵਾਅਦਾ ਕੀਤਾ ਸੀ। ਪਰ ਉਹ ਸੁਰਾਈਆਂ ਦੇਵੇਗਾ ਕਿਸ ਤਰ੍ਹਾਂ? ਉਸਨੇ ਤਾਂ ਇੱਕ ਵੀ ਸੁਰਾਈ ਨਹੀਂ ਬਣਾਈ। ਤੁਹਾਡੇ ਪਏ ਲੈ ਕੇ ਇੱਧਰ ਉੱਧਰ ਟੁਰਿਆ ਹੈ। ਕੀ ਕਿਹਾ ਤੂੰ? ਪਰ ਹੁਣ ਮੇਰੀ ਪਤਨੀ ਸੁਰਾਈਆਂ ਦਾਨ ਕਿਸ ਤਰ੍ਹਾਂ ਕਰੇਗੀ? ਉਹ ਤਾਂ ਹੈ ਹੀ ਐਸਾ। ਉਹ ਅਜੇ ਮੈਨੂੰ ਜਾਣਦਾ ਨਹੀਂ ਹੈ। ਮੈਂ ਉਸ ਨੂੰ ਪਿੰਡੋਂ ਕੱਢ ਦਿਆਂਗਾ। ਇਹੀ ਤੇ ਮੈਂ ਚਾਹੁੰਦਾ। ਠਾਕੁਰ ਸਾਹਿਬ, ਮੈਂ ਇਹ ਕਹਿ ਰਿਹਾ ਸੀ ਕਿ ਮੇਰੇ ਕੋਲ 151 ਸੁਰਾਈਆਂ ਤਿਆਰ ਨੇ। ਜੇ ਤੁਸੀਂ ਕਹੋ ਤਾਂ ਮੈਂ ਲਿਆਵਾਂ। ਤੇਰੇ ਕੋਲ ਹੈਗੇ ਨੇ? ਵਾਹ, ਬਚ ਗਿਆ ਮੈਂ। ਜਾ ਲਿਆ ਜਲਦੀ। ਮੈਂ ਤੈਨੂੰ ਦੁੱਗਣੇ ਪੈਸੇ ਦਿਆਂਗਾ। ਇਹ ਸਭ ਰਾਧਾ ਨੇ ਆਪਣੀ ਬਾਰੀ ਤੋਂ ਵੇਖ ਲਿਆ। ਉਦੋਂ ਹੀ ਕਿਸ਼ਨ ਉੱਥੇ ਬੈਲਗਾੜੀ ਦੇ ਉੱਤੇ ਆਪਣੀਆਂ ਸੁਰਾਈਆਂ ਲੈ ਕੇ ਆਇਆ। ਰਾਧਾ ਵੀ ਆਪਣੇ ਘਰ ਤੋਂ ਬਾਹਰ ਆ ਜਾਂਦੀ ਹੈ। ਇਹ ਕੀ? ਕਿਸ਼ਨ ਤੇ ਆ ਗਿਆ ਇੱਥੇ? ਠਾਕੁਰ ਸਾਹਿਬ, ਇਹ ਰਹੀਆਂ ਤੁਹਾਡੀਆਂ ਸੁਰਾਈਆਂ। ਪਰ ਮੈਂ ਤਾਂ ਸੁਣਿਆ ਸੀ ਕਿ ਤੂੰ ਇੱਕ ਵੀ ਸੁਰਾਈ ਨਹੀਂ ਬਣਾਈ। ਨਹੀਂ ਠਾਕੁਰ ਸਾਹਿਬ, ਮੇਰੀਆਂ ਪਹਿਲੀਆਂ ਬਣਾਈਆਂ ਸੁਰਾਈਆਂ ਸ਼ੰਕਰ ਨੇ ਤੋੜ ਦਿੱਤੀਆਂ ਸੀ। ਇਸ ਲਈ ਇੱਥੋਂ ਦੂਰ ਜਾ ਕੇ ਮੈਂ ਦੁਬਾਰਾ ਸੁਰਾਈਆਂ ਬਣਾਈਆਂ ਤੇ ਆਪਣਾ ਵਾਅਦਾ ਪੂਰਾ ਕੀਤਾ। ਕੀ? ਮੈਂ ਤੋੜੀਆਂ ਨੇ? ਤੇਰੇ ਕੋਲ ਇਸ ਗੱਲ ਦਾ ਸਬੂਤ ਹੈ? ਸਬੂਤ ਮੈਂ ਹਾਂ। ਮੈਂ ਆਪਣੇ ਕੰਨਾਂ ਨਾਲ ਤੇਰੀ ਵੋਟੀ ਤੇ ਸੱਸ ਦੀਆਂ ਗੱਲਾਂ ਸੁਣੀਆਂ ਨੇ। ਤੇ ਜੇ ਤੂੰ ਨਹੀਂ ਤੋੜੀਆਂ ਤਾਂ ਠਾਕੁਰ ਸਾਹਿਬ ਕੋਲੋਂ ਬਿਨਾਂ ਪੈਸੇ ਲਏ ਤੂੰ 151 ਸੁਰਾਈਆਂ ਕਿਉਂ ਬਣਾਈਆਂ? ਬੋਲ ਨਾ, ਚੁੱਪ ਕਿਉਂ ਹੈ? ਦੱਸ ਮੈਨੂੰ। ਹਾਂ, ਬਿਲਕੁਲ ਸਹੀ ਕਿਹਾ ਰਾਧਾ ਨੇ। ਸ਼ੰਕਰ, ਦੱਸ ਕਿਸਨੇ ਤੋੜੀਆਂ ਨੇ? ਜੇ ਨਹੀਂ ਦੱਸਿਆ ਤਾਂ ਕੜੀ ਤੋਂ ਸਜ਼ਾ ਮਿਲੂਗੀ ਤੈਨੂੰ। ਹੁਣ ਬੋਲੇਗਾ ਜਾਂ ਆਪਣੇ ਲੋਕਾਂ ਨੂੰ ਬੁਲਾਵਾ ਮੈਂ? ਉਹ ਮਾਰ ਕੇ ਸੱਚ ਬੁਲਵਾ ਲੈਣਗੇ। ਨਹੀਂ, ਦੱਸਦਾ ਹਾਂ। ਆਪਣੇ ਲੋਕਾਂ ਕੋਲੋਂ ਮਾਰ ਨਾ ਪਵਾਓ ਮੈਨੂੰ। ਮੈਂ ਦੱਸਦਾ ਹਾਂ। ਮੈਂ ਮੰਨਦਾ ਹਾਂ ਮੈਂ ਹੀ ਤੋੜੀਆਂ ਸੀ ਇਸ ਕਿਸ਼ਨ ਨੂੰ ਸਬਕ ਸਿਖਾਉਣ ਦੇ ਲਈ।
ਮੈਂ ਇਹ ਕੰਮ ਕੀਤਾ ਸੀ। ਸ਼ੈਤਾਨ, ਤੂੰ ਇੰਨਾ ਬੁਰਾ ਹੈ। ਠੀਕ ਹੈ, ਹੁਣ ਤੂੰ ਆਪਣੀ ਸਾਰੀਆਂ ਸੁਰਾਈਆਂ ਲੈ ਕਰ ਆ ਤੇ ਮੇਰੀਆਂ ਅੱਖਾਂ ਦੇ ਸਾਹਮਣੇ ਆਪਣੇ ਹੱਥਾਂ ਨਾਲ ਸਾਰੀਆਂ ਸੁਰਾਈਆਂ ਤੋੜ ਦੇ। ਮੈਂ ਮਰ ਜਾਵਾਂਗਾ ਠਾकुर ਸਾਹਿਬ, ਮੈਂ ਬਰਬਾਦ ਹੋ ਜਾਵਾਂਗਾ। ਮੈਨੂੰ ਮਾਫ ਕਰ ਦਿਓ, ਦੁਬਾਰਾ ਇਹ ਗਲਤੀ ਨਹੀਂ ਕਰਾਂਗਾ। ਤੈਨੂੰ ਕੋਈ ਮਾਫੀ ਨਹੀਂ ਮਿਲੂਗੀ ਤੇ ਇਹੀ ਤੇਰੀ ਗਲਤੀ ਦੀ ਸਜ਼ਾ ਹੈ। ਸ਼ੰਕਰ ਉੱਥੇ ਖੜਾ ਰੋਂਦਾ ਰਹਿੰਦਾ ਹੈ।